ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਈਟੀਟੀ ਟੈਟ ਪਾਸ ਅਧਿਆਪਕ ਸਾਥੀਓ, ਕੱਲ ਦੀਆਂ ਵੀਡੀਓ ਆਡੀਓ ਸਾਰੇ ਪੰਜਾਬ 'ਚੋਂ ਜੋ ਆ ਰਹੀਆਂ ਸੁਣ ਰਹੇ ਹਾਂ, ਤੇ ਜੋ ਅੱਜ ਸਵੇਰ ਦਾ ਇੱਕ ਨੋਟੀਫਿਕੇਸ਼ਨ 5200 ਕੁਛ ਪੋਸਟਾਂ ਦਾ ਘੁੰਮ ਰਿਹਾ ਸਾਰੇ ਪੰਜਾਬ ਵਿੱਚ, ਕੇਡਰ ਦੇ ਵਾਰ-ਵਾਰ ਫੋਨ ਆ ਰਹੇ ਆ। ਉਸ ਬਾਰੇ ਗੱਲਬਾਤ ਕਰਨ ਲਈ ਤੁਹਾਡਾ ਥੋੜ੍ਹਾ ਜਿਹਾ ਸਮਾਂ ਲਵਾਂਗੇ। ਤਾਂ ਸਾਥੀਓ, ਜਿਹੜਾ ਨੋਟੀਫਿਕੇਸ਼ਨ ਅੱਜ ਘੁੰਮ ਰਿਹਾ ਉਹਦੇ ਬਾਰੇ ਪਤਾ ਕੀਤਾ ਗਿਆ, ਉਹ ਨੋਟੀਫਿਕੇਸ਼ਨ ਫੇਕ ਹੈ। ਉਹਦੇ 'ਚ ਵੀ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਨਹੀਂ। ਜਿਹੜੇ ਸਾਡੇ ਵੀਰ ਭੈਣ 2364 ਪੋਸਟਾਂ ਵਿੱਚ ਸਿਲੈਕਟ ਹੋਏ ਨੇ, ਉਹਨਾਂ 2364 ਪੋਸਟਾਂ ਦੀ ਕਿਸੇ ਨੇ ਇੱਕ YouTube ਤੇ ਬਣਾ ਕੇ ਵੀਡੀਓ ਪਾਤੀ ਕਿ ਜਿਹੜੀਆਂ 5525 ਪੋਸਟਾਂ ਆ ਗਈਆਂ ਨੇ, ਉਹ 5525 ਤਾਂ ਆਈਆਂ ਨੇ, 2364 ਪੋਸਟਾਂ ਦੀ ਭਰਤੀ ਰੱਦ ਹੋ ਗਈ ਆ। ਤਾਂ ਮੈਂ ਉਹਨਾਂ ਸਾਥੀਆਂ ਨੂੰ ਅਪੀਲ ਕਰਦਾ ਕਿ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ। ਇਹੋ ਜੀ ਨਾ ਕੋਈ ਗੱਲਬਾਤ ਹੋਈ ਨਾ ਹੋਵੇਗੀ, ਕਿਉਂਕਿ ਜਿਹੜੀ ਆਪਣੀ ਭਰਤੀ 2364 ਪੋਸਟਾਂ ਦੀ ਆਈ ਆ, ਉਹ ਆਪਾਂ ਈਟੀਟੀ ਦੀ ਫਸਟ ਪ੍ਰੈਫਰੈਂਸ ਦੀ ਲੜਾਈ ਲੜ ਰਹੇ ਹਾਂ। ਤਾਂ ਜਿਹੜੇ ਆਡੀਓ ਵੀਡੀਓ ਬਣਾ ਰਹੇ ਨੇ, ਵਾਰ-ਵਾਰ ਬੋਲ ਰਹੇ ਨੇ, ਉਹ ਸਾਰੇ ਸਾਥੀ ਕੋਈ ਆਪਣੀ ਯੂਨੀਅਨ ਦੇ ਹਮਦਰਦ ਨਹੀਂ ਗੇ। ਉਹ ਕਹਿੰਦੇ ਨਾ, ਕਿਸੇ ਜਾਂਦੇ ਰਾਹੀ ਦੇ ਰਾਹ 'ਚ ਬਟੇਰਾ ਆ ਗਿਆ ਸੀ ਤੇ ਉਹ ਸ਼ਿਕਾਰੀ ਬਣ ਗਿਆ ਸੀ। ਤਾਂ ਇਹ ਉਹ ਸਾਥੀ ਆ ਜਿਹੜੇ ਆਡੀਓ ਵੀਡੀਓ ਬਣਾ ਰਹੇ ਕਿ ਜਾਂਦੇ ਜਾਂਦੇ ਕਿ ਜਿਹੜੀ ਅੱਜ ਈਟੀਟੀ ਦੀਆਂ ਪੋਸਟਾਂ ਆਈਆਂ ਨੇ, ਈਟੀਟੀ ਦੀਆਂ 2364 ਪੋਸਟਾਂ ਆਈਆਂ, ਉਹਨਾਂ ਵਿੱਚ ਉਹਨਾਂ ਨੂੰ ਮੌਕਾ ਮਿਲ ਰਿਹਾ, ਉਹਨਾਂ ਤੋਂ ਆਪਦੀਆਂ ਪੋਸਟਾਂ ਦੇ ਵਿੱਚ ਨੰਬਰ ਲਿਆ ਨਹੀਂ ਗਿਆ, ਤੇ ਉਹ ਈਟੀਟੀ ਦੀਆਂ ਪੋਸਟਾਂ ਵਿੱਚ ਆ ਕੇ ਉਹ ਰਾਹੀ ਦੇ ਪੈਰ 'ਚ ਬਟੇਰਾ ਆਉਣ ਵਾਲੀ ਗੱਲ ਹੈ ਕਿ ਉਹ ਆ ਗਿਆ ਕਿ ਅਸੀਂ ਬੜੇ ਤਗੜੇ ਸ਼ਿਕਾਰੀ ਹਾਂ। ਉਹ ਸ਼ਿਕਾਰ ਦਾ ਪਤਾ ਉੱਥੇ ਲੱਗਦਾ ਜਦੋਂ ਬਰਾਬਰ ਦੀ ਟੱਕਰ ਹੋਵੇ। ਤੁਸੀਂ ਆਪਦੀ ਜਿਹੜੀ ਤੁਹਾਡੀ ਭਰਤੀ ਆ, ਤੁਸੀਂ ਉਹਦੇ 'ਚ ਜਾ ਕੇ ਲੜੋ। ਬਾਕੀ ਜਿਹੜੀ ਆ ਗਈ ਬਿਨਾਂ ਟੈਟ ਦੀ, ਜਦੋਂ 2011 ਤੋਂ ਬਾਅਦ ਭਰਤੀ ਰੂਲ ਆ, ਜਿਹੜਾ ਭਰਤੀ ਦਾ ਰੂਲ ਉਹਦੇ 'ਚ ਜ਼ਰੂਰੀ ਹੋ ਗਿਆ ਕਿ ਜਿਹੜੀ ਈਟੀਟੀ ਦੀ ਭਰਤੀ ਆ, ਕੋਈ ਵੀ ਭਰਤੀ ਆ ਟੀਚਰ ਲੱਗਣ ਵਾਸਤੇ, ਉਹ ਟੈਟ ਦਾ ਟੈਸਟ ਬਹੁਤ ਜ਼ਰੂਰੀ ਆ। ਫਿਰ ਟੈਟ ਦੇ ਟੈਸਟ ਤੋਂ ਬਿਨਾਂ ਭਰਤੀ ਕਰਕੇ, ਤੇ ਜਿਹੜੇ ਟੈਟ ਦਾ ਟੈਸਟ ਕਲੀਅਰ ਕਰੀ ਬੈਠੇ ਉਹਨਾਂ ਨਾਲ ਤਾਂ ਸਰਾਸਰ ਧੱਕਾ ਹੈ ਨਾ। ਫਿਰ ਆ ਗਈ 10 ਨੰਬਰਾਂ ਦੀ ਗੱਲ। ਉਹ ਬੜਾ ਬੋਲ ਰਹੇ ਨੇ ਕਿ ਅਸੀਂ ਆਪਦੀ ਸਾਰੀ ਜ਼ਿੰਦਗੀ ਦੇ ਦਿੱਤੀ। ਸਾਥੀਓ, ਜ਼ਿੰਦਗੀ ਅਸੀਂ ਵੀ ਦਿੱਤੀ ਆ। ਸਾਨੂੰ ਵੀ 10 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ। ਟੈਟ ਕਲੀਅਰ ਹੋਇਆ ਤੇ ਅਸੀਂ ਇਸ ਜੋਬ ਲਈ ਐਲੀਜੀਬਲ ਹੋਏ ਆ। ਜਿੰਨਾ ਚਿਰ ਟੈਟ ਕਲੀਅਰ ਨਹੀਂ ਸੀ, ਸਾਡਾ ਕੋਈ ਸਾਥੀ ਬੋਲਦਾ ਨਹੀਂ ਸੀ। ਜੇ ਅੱਜ ਸਾਡਾ ਟੈਟ ਕਲੀਅਰ ਆ ਤਾਂ ਅਸੀਂ ਬੋਲ ਰਹੇ ਹਾਂ। ਤਾਂ ਆਪਾਂ ਸਾਡੇ ਸਾਥੀਆਂ ਦੇ ਫੋਨ ਆਉਂਦੇ ਆ ਕਿ ਆਪਾਂ ਉਹਨਾਂ ਨੂੰ ਜਵਾਬ ਦਈਏ। ਆਪਾਂ ਨੂੰ ਸਾਥੀਓ ਕਿਸੇ ਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ। ਐਂਟੀ ਬੜੇ ਹੋ ਗਏ ਨੇ, ਇਲਜ਼ਾਮ ਯੂਨੀਅਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਪੂਰੀਆਂ ਚੱਲ ਰਹੀਆਂ ਨੇ, ਫੁੱਲ ਜ਼ੋਰਾਂ 'ਤੇ ਚੱਲ ਰਹੀਆਂ ਨੇ। ਉਹ ਕਹਿੰਦੇ ਨੇ ਕਿ ਜਦੋਂ ਲੋਕ ਤੁਹਾਡੇ ਉਲਟ ਹੋ ਜਾਣ, ਉਦੋਂ ਕਿਤੇ ਨਾ ਕਿਤੇ ਤੁਹਾਡੀ ਕਾਮਯਾਬੀ ਦਾ ਰਾਹ ਬੜਾ ਨੇੜੇ ਹੁੰਦਾ। ਲੱਖੇ ਸਦਾਣਿਆਂ ਨੂੰ ਲੋਕ ਮਾੜਾ ਕਹਿੰਦੇ ਸੀ, ਅੱਜ ਉਹੀ ਯੂਨੀਅਨ ਉਹਨਾਂ ਨੂੰ ਹੱਥ ਖੜਾ ਕਰਕੇ ਕਹਿੰਦੀ ਆ ਕਿ ਇਹ ਸਾਡੇ ਬੰਦੇ ਆ, ਸਾਡੇ ਨਾਲ ਆ, ਅਸੀਂ ਇਹਨਾਂ ਦੇ ਨਾਲ ਆ। ਤਾਂ ਸਾਥੀਓ, ਘਬਰਾਉਣ ਦੀ ਕੋਈ ਲੋੜ ਨਹੀਂ, ਕਿਸੇ ਨਾਲ ਕੋਈ ਬਹਿਸ ਵਸਈਆ ਕਰਨ ਦੀ ਲੋੜ ਨਹੀਂ। ਜੋ ਕਹਿੰਦਾ ਬਸ ਠੀਕ ਆ। ਜੇ ਆਪਾਂ ਟੀਚਰ ਆ ਤੇ ਆਪਣੀ ਲੈਂਗੁਏਜ ਟੀਚਰਾਂ ਵਾਲੀ ਹੋਣੀ ਚਾਹੀਦੀ ਆ। ਜਦੋਂ ਆਪਾਂ ਆਪਣੇ ਆਪੇ ਤੋਂ ਬਾਹਰ ਹੋ ਗਏ, ਆਪਣੀ ਲੈਂਗੁਏਜ ਬਦਲ ਗਈ, ਤਾਂ ਆਪਾਂ ਟੀਚਰ ਬਣਨ ਦੇ ਕਾਬਿਲ ਨਹੀਂ ਹੈਗੇ। ਜੋ ਬੋਲਦੇ ਸੱਚ ਆ। ਆਪਣੀ ਲੜਾਈ ਆਪਣੇ ਹੱਕ ਤੇ ਸੱਚ ਦੀ ਆ। ਆਪਣੀ ਕੋਈ ਲੜਾਈ ਜਾਲੀ ਨਹੀਂ ਹੈਗੀ ਕਿ ਅਸੀਂ ਇੱਦਾਂ ਹਨੇਰੇ 'ਚ ਤੀਰ ਮਾਰੀ ਜਾਂਦੇ ਆ। ਸਾਡੀ ਲੜਾਈ ਆ ਈਟੀਟੀ ਨੂੰ ਫਸਟ ਪ੍ਰੈਫਰੈਂਸ ਦਿਵਾਉਣ ਦੀ। ਜੇ ਈਟੀਟੀ ਦੀਆਂ 2364 ਪੋਸਟਾਂ ਆਈਆਂ, ਦਿਲ ਤੇ ਹੱਥ ਰੱਖ ਕੇ ਕਹਿ ਦੇਣ ਜਿਹੜੇ ਸਾਡੀਆਂ ਪੋਸਟਾਂ ਦੇ ਹੱਕ ਜਤਾਉਂਦੇ ਆ ਕਿ ਉਹ ਈਟੀਟੀ ਦੀਆਂ ਪੋਸਟਾਂ ਦੇ ਬਰਾਬਰ ਦੇ ਭਾਗੀਦਾਰ ਹੈਗੇ ਆ। 2364 ਪੋਸਟਾਂ ਵਾਸਤੇ ਲੜੇ ਈਟੀਟੀ ਵਾਲੇ ਆ, ਕੋਈ ਹੋਰ ਨਹੀਂ ਲੜਿਆ। ਕੋਈ ਆਣ ਕੇ ਸਿੱਖਿਆ ਪ੍ਰੋਵਾਈਡਰ ਨਹੀਂ ਲੜਿਆ, ਕੋਈ ਆਣ ਕੇ ਬੀਐਡ ਵਾਲਾ ਨਹੀਂ ਲੜਿਆ, ਕੋਈ ਆਣ ਕੇ STR EGS ਵਲੰਟੀਅਰ ਨਹੀਂ ਲੜਿਆ।
ਈਟੀਟੀ ਜਿਨ੍ਹਾਂ ਦਾ ਟੈਟ ਪਾਸ ਆ ਉਹ 2364 ਪੋਸਟਾਂ ਵਾਸਤੇ ਲੜੇ ਆ। 1000 ਪੋਸਟ ਆਈ ਸੀ, ਉਹਦੇ ਚ 700 ਦਾ ਵਾਧਾ ਕਰਾਇਆ, 664 ਬੈਕਲੌਗ ਦੀ ਸੀ। ਇਹ ਜਿਹੜੀ ਇਹ ਭਰਤੀ ਆ ਨਾ ਉਹ ਈਟੀਟੀ ਦੀ ਨਿਕਲੀ ਆ ਤੇ ਅਸੀਂ ਈਟੀਟੀ ਦੀ ਮੰਗ ਰਹੇ ਆ। ਸਾਡੀ ਹੋਰ ਕੋਈ ਹੈ ਨਹੀਂ। ਬਿਨਾ ਮਤਲਬ ਤੋਂ ਰੋਜ਼ ਕੂੜ ਪ੍ਰਚਾਰ ਕੀਤਾ ਜਾ ਰਿਹਾ, ਬਾਈ ਨੇਮ ਲੈ ਕੇ ਸਾਡਾ ਪ੍ਰਚਾਰ ਕੀਤਾ ਜਾ ਰਿਹਾ। ਸਾਡੀ ਲੜਾਈ ਈਟੀਟੀ ਦੇ ਵਿੱਚ ਇਹਨਾਂ ਪੋਸਟਾਂ ਵਿੱਚ ਨੰਬਰ ਆਉਣ ਦੀ ਜਾਂ ਨਹੀਂ ਆਉਣ ਦੀ ਨਹੀਂ ਹੈਗੀ ਕਿ ਮੇਰੇ 52 ਨੰਬਰ ਆ, ਮੇਰਾ ਨੰਬਰ ਆਊਗਾ ਤੇ ਮੈਂ ਲੜ ਰਿਹਾ। ਨਹੀਂ ਸਾਥੀਓ, ਸਾਡੀ ਇਹ ਲੜਾਈ ਨਹੀਂ ਗੀ। ਸਾਡੀ ਲੜਾਈ ਆ ਈਟੀਟੀ ਦਾ ਵਜੂਦ ਬਚਾਉਣ ਦੀ। ਜੇਕਰ ਈਟੀਟੀ ਦੀਆਂ ਪੋਸਟਾਂ ਤੇ ਕੋਈ ਹੋਰ ਲੱਗਣ ਲੱਗ ਪਿਆ, ਈਟੀਟੀ 'ਚ ਲੱਗਿਆ ਕੌਣ ਕਰੂਗਾ? ਆਪਣੀ ਜਿੰਨੇ ਆਪਾਂ ਉਰੇ ਸਾਥੀ ਇਕੱਠੇ ਆਪਾਂ ਲੜ ਰਹੇ ਆ, ਆਪਣੀ ਲੜਾਈ ਆ ਈਟੀਟੀ ਦਾ ਵਜੂਦ ਬਚਾਉਣ ਲਈ। ਆਪਣਾ ਨੰਬਰ ਆਵੇ ਜਾਂ ਨਾ ਆਵੇ ਉਹ ਬੜੇ ਬਾਅਦ ਦੀ ਗੱਲ ਆ, ਉਸ ਬਾਰੇ ਤਾਂ ਸੋਚਿਆ ਵੀ ਨਹੀਂ ਹਲੇ ਤੱਕ। ਹਲੇ ਤਾਂ ਆਪਾਂ ਸਿਰਫ ਸਰਕਾਰ ਕੋਲ ਉਹ ਘੁੰਮਣਾ ਕਿ ਹਾਂਜੀ ਇਹ ਈਟੀਟੀ ਦੀਆਂ ਪੋਸਟਾਂ ਈਟੀਟੀ ਵਾਲਿਆਂ ਨੂੰ ਪਹਿਲ ਦਿੱਤੀ ਜਾਊਗੀ। ਉਦੋਂ ਬਾਅਦ ਜੇ ਈਟੀਟੀ ਦਾ ਸਾਥੀ ਨਹੀਂ ਮਿਲਦਾ, ਈਟੀਟੀ ਦੇ ਸਾਥੀ ਪੂਰੇ ਨਹੀਂ ਹੁੰਦੇ, ਤਾਂ ਉਦੋਂ ਈਟੀਟੀ ਨੂੰ ਉਦੋਂ ਬੀਐਡ ਨੂੰ ਵਿਚਾਰਿਆ ਜਾਊਗਾ। ਜਿਹੜਾ ਐਨਸੀਟੀ ਦੇ ਰੂਲ ਦੀ ਵਾਰ-ਵਾਰ ਗੱਲ ਕਰ ਰਿਹਾ, ਉਹ ਐਨਸੀਟੀ ਦਾ ਰੂਲ ਜੇ ਮੰਨ ਲਓ ਨਵਾਂ ਹੋ ਗਿਆ ਤੇ ਜਿਹੜਾ 2010 ਵਾਲਾ ਉਹ ਕਿਤੇ ਰੱਦੀ ਨਹੀਂ ਹੋ ਗਿਆ। ਉਹ ਉਹਨਾਂ ਸਟੇਟਾਂ ਵਾਸਤੇ ਦਿੱਤਾ ਸੀ ਜਿਨ੍ਹਾਂ 'ਚ ਈਟੀਟੀ ਦੇ ਬੱਚੇ ਨਹੀਂ ਹੈਗੇ, ਤੇ ਇਹਨਾਂ ਚੱਕ ਕੇ ਸਾਰੇ ਭਾਰਤ 'ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਜਿੰਦਾ ਸਾਰੇ ਭਾਰਤ 'ਚ ਵਿਰੋਧ ਹੋ ਰਿਹਾ। ਤੇ ਇਹਦਾ ਛਿੱਟਾ ਬੜੀ ਜਲਦੀ ਨਿਕਲ ਕੇ ਤੁਹਾਡੇ ਸਾਹਮਣੇ ਆਊਗਾ। ਜਿਹੜੇ ਅੱਜ ਆਪਦਾ ਹੱਕ ਜਤਾ ਰਹੇ ਨਾ, ਆਪਦੇ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਕਿ ਈਟੀਟੀ ਦੀਆਂ ਪੋਸਟਾਂ ਤੇ ਸਾਡਾ ਹੱਕ ਹੈ ਜਾਂ ਨਹੀਂ ਹੈ। ਬਾਕੀ ਸਾਥੀਓ ਕਿਸੇ ਤਰ੍ਹਾਂ ਦੇ ਘਬਰਾਉਣ ਦੀ ਲੋੜ ਨਹੀਂ। ਸਾਡੇ ਜਿਹੜੇ 2364 ਸਾਥੀ ਸਿਲੈਕਟ ਹੋਏ ਆ, ਜਿਹੜੇ ਈਟੀਟੀ ਵਾਲੇ ਸਿਲੈਕਟ ਹੋਏ ਆ 2364 ਸਾਮੀਆਂ 'ਚ, ਉਹ ਪ੍ਰਮਾਤਮਾ ਕਰਿਓ ਜਲਦੀ ਤੋਂ ਜਲਦੀ ਜੋਬ ਵਿੱਚ ਆਉਣ, ਈਟੀਟੀ ਨੂੰ ਫਸਟ ਪ੍ਰੈਫਰੈਂਸ ਮਿਲੇ, ਸਾਡੇ ਵੱਧ ਤੋਂ ਵੱਧ ਸਾਥੀ 2364 ਪੋਸਟਾਂ ਵਿੱਚ ਲੱਗਣ। ਉਦੋਂ ਬਾਅਦ ਜਿਹੜੀ ਆਪਾਂ ਨਵੀਂ ਭਰਤੀ ਆਪਾਂ ਨੂੰ ਸਰਕਾਰ ਦੇਊਗੀ, ਉਹਦੇ ਵਿੱਚ ਜਿਹੜੇ ਆਪਣੇ ਸਾਥੀ ਰਹਿ ਜਾਣਗੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਜੋਬ ਤੇ ਵੇਖਣਾ ਚਾਹਾਂਗੇ। ਤਾਂ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ, ਅਫਵਾਹਾਂ 'ਚ ਆਉਣ ਦੀ ਲੋੜ ਨਹੀਂ। ਜੇ ਕੋਈ ਬੋਲਦਾ ਠੀਕ ਆ ਜੀ, ਤੁਸੀਂ ਸੱਚੇ ਹੋ, ਕੋਈ ਗੱਲ ਨਹੀਂ। ਲੜਾਈ ਲੰਮੀ ਆ ਤੇ ਜਿੱਤ ਪੱਕੀ ਹੋਊਗੀ ਜੇ ਤੁਸੀਂ ਆਪਣਾ ਆਪਾ ਖੋਲਿਆ। ਤੁਸੀਂ ਆਪਣੇ ਆਪੇ ਤੋਂ ਬਾਹਰ ਹੋ ਕੇ ਲੋਕਾਂ ਨੂੰ ਜਦੋਂ ਜਵਾਬ ਦੇਣ ਲੱਗ ਪਈ ਨਾ, ਉਦੋਂ ਉਲਝ ਜੀਦਾ। ਕਿਸੇ ਤਰ੍ਹਾਂ ਦਾ ਕਿਸੇ ਨਾਲ ਉਲਝਣ ਦੀ ਲੋੜ ਨਹੀਂ। ਬਸ ਠੀਕ ਆ ਜੋ ਕਰ ਰਿਹਾ, ਤੁਸੀਂ ਆਪਦੇ ਆਪ 'ਚ ਸਹੀ ਹੋਣੇ ਚਾਹੀਦੇ ਹੋ। ਤੁਸੀਂ ਆਪਣੇ ਆਪ 'ਚ ਸਹੀ ਹੋਣੇ ਚਾਹੀਦੇ ਹੋ। ਤੁਹਾਡੀ ਲੜਾਈ ਸੱਚੀ ਹੋਣੀ ਚਾਹੀਦੀ ਆ। ਜੇ ਆਪਣੇ ਅੱਜ 2 ਸਾਥੀ ਅੱਜ 26 ਦਿਨ ਤੋਂ ਟਾਵਰ ਤੇ ਬੈਠੇ, ਉਹ ਤੁਹਾਡੇ ਹੱਕਾਂ ਲਈ ਬੈਠੇ ਨੇ। ਮੈਂ ਕੱਲ ਚਲੋ ਉਹ ਸਾਥੀ ਅੱਜ 8 ਦਿਨ ਤੋਂ 9 ਦਿਨ ਤੋਂ ਕੱਲ ਧਿਆਏ ਬੈਠੇ ਸੀ। ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਉਹਨਾਂ ਸਾਥੀਆਂ ਦੇ ਕੋਲ ਮੈਂ ਆਪ ਖੁਦ ਉਹਨਾਂ ਨੂੰ ਪਾਣੀ ਦੇ ਕੇ ਆਇਆ ਉੱਪਰ ਜਾ ਕੇ। ਜਿਹੜੇ ਉਹਨਾਂ ਦੇ ਹਾਲਾਤ ਆ ਨਾ, ਉਹ ਐਡੀ ਕੁ ਤਰਸਯੋਗ ਆ ਕਿ ਜੇ ਮੇਰੇ ਆਖੇ ਲੱਗ ਜਾਂਦਾ, ਮੈਂ ਉਹਨਾਂ ਨੂੰ ਹੱਥ ਜੋੜ ਕੇ ਕਹਾਂ ਸਾਥੀਓ ਤੁਸੀਂ ਥੱਲੇ ਆ ਜਾਓ, ਨੌਕਰੀ ਤੁਹਾਨੂੰ ਲੈ ਦਿਆਂਗੇ। ਪਰ ਉਹ ਤੁਹਾਡੀ ਸਾਰਿਆਂ ਦੀ ਨੌਕਰੀ ਵਾਸਤੇ ਅੜੇ ਹੋਏ ਆ ਕਿ ਸਾਡੀਆਂ ਲਿਸਟਾਂ ਪਾਓ, ਅਸੀਂ ਫਿਰ ਥੱਲੇ ਆਉਣਾ। ਲਿਸਟਾਂ ਪਾਉਣ ਦਾ ਮਤਲਬ ਕਿ ਜਿੰਨੇ ਸਾਡੇ ਤੋਂ ਅੱਗੇ ਸਾਥੀ ਉਹ ਸਾਰੇ, ਕਿਉਂਕਿ ਜੇ ਈਟੀਟੀ ਨੂੰ ਫਸਟ ਪ੍ਰੈਫਰੈਂਸ ਮਿਲਦੀ ਇਹਨਾਂ ਸਾਰੇ ਸਾਥੀਆਂ ਦਾ ਨੰਬਰ ਆ ਜਾਊਗਾ। ਤਾਂ ਸਾਥੀਓ ਕਿਸੇ ਤਰ੍ਹਾਂ ਦੇ ਘਬਰਾਉਣ ਦੀ ਲੋੜ ਨਹੀਂ। ਉਹ ਸਾਥੀ ਆਪਦੀ ਜਾਨ ਜੋਖਿਮ 'ਚ ਪਾ ਕੇ ਅੱਜ 26 ਦਿਨਾਂ ਤੋਂ ਟਾਵਰ ਉੱਪਰ ਬੈਠੇ ਆ। ਉਹ ਤੁਹਾਡੇ ਸਾਰਿਆਂ ਲਈ ਈਟੀਟੀ ਦਾ ਵਜੂਦ ਬਚਾਉਣ ਲਈ, ਈਟੀਟੀ ਨੂੰ ਹੱਕ ਦਿਵਾਉਣ ਲਈ ਬੈਠੇ ਆ। ਤਾਂ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤਾਂ ਬਾਕੀ ਸਾਥੀਓ ਤੁਸੀਂ ਸਾਰੇ ਈਟੀਟੀ ਯੂਨੀਅਨ ਦਾ ਸਾਥ ਦਿਓ। ਜਿਹੜੇ ਈਟੀਟੀ ਯੂਨੀਅਨ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੇ ਆ, ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ। ਕੋਈ ਗੱਲ ਨਹੀਂ ਸਾਥੀਓ, ਕਿਸੇ ਤਰ੍ਹਾਂ ਦੀ ਨਹੀਂ। ਜੇ ਮੇਰੀ ਤਾਂ ਇੱਕ ਗੱਲ ਮੰਨਣੀ ਆ, ਜੇ ਤੁਹਾਡੀ ਲੜਾਈ ਸੱਚੀ ਆ, ਤੁਹਾਡੇ ਮਨ 'ਚ ਖੋੜ ਨਹੀਂ ਹੈਗੀ, ਤਾਂ ਤੁਹਾਡੀ ਜਿੱਤ ਆ ਉਹ ਨਿਸ਼ਚਿਤ ਹੋਵੇਗੀ। ਜੇ ਤੁਹਾਡੀ ਲੜਾਈ ਝੂਠੀ ਆ, ਤੁਹਾਡੇ ਮਨ 'ਚ ਖੋਟ ਆ, ਤਾਂ ਉਹ ਕਦੀ ਵੀ ਕਾਮਯਾਬ ਨਹੀਂ ਹੋਊਗਾ। ਅਸੀਂ ਕਿਤੇ ਵੀ ਓਪਨਲੀ ਬਹਿਸ ਕਰਨ ਲਈ ਤਿਆਰ ਆ। ਕਿਤੇ ਰੱਖ ਲਓ ਪੱਤਰਕਾਰ ਮੀਡੀਆ ਦੇ ਸਾਹਮਣੇ। ਅਸੀਂ ਇੱਕ ਸਿੱਧਾ ਕਹਿੰਦੇ ਆ ਕਿ ਸਾਡੀ ਈਟੀਟੀ ਦੀ ਭਰਤੀ ਆ। ਜੇ 8393 ਪੋਸਟਾਂ ਐਨਟੀਟੀ ਦੀਆਂ ਆਈਆਂ ਨੇ, ਤੇ ਅਸੀਂ ਐਨਟੀਟੀ ਦੀਆਂ ਪੋਸਟਾਂ ਦੀ ਨਾ ਅੱਜ ਮੰਗ ਕੀਤੀ ਹੈ ਨਾ ਕੱਲ ਕਰਾਂਗੇ। ਅਸੀਂ ਓਪਨਲੀ ਕਹਿੰਦੇ ਆ ਕਿ ਸਾਨੂੰ ਈਟੀਟੀ ਦੀਆਂ ਪੋਸਟਾਂ ਦੇ ਦਿਓ। 8393 'ਚ ਹੋਰ ਪੋਸਟਾਂ ਦੇ ਕੇ ਐਨਟੀਟੀ ਵਾਲੇ ਸਿੱਖਿਆ ਪ੍ਰੋਵਾਈਡਰ ਈਜੀਐਸ ਜਿੰਨੇ ਹੈਗੇ ਸਾਰੇ ਸਿਲੈਕਟ ਹੁੰਦੇ ਆ, ਸਾਰੇ ਸਿਲੈਕਟ ਹੁੰਦੇ ਆ। ਤੁਸੀਂ ਸਾਨੂੰ
ਕਿਉਂ ਮਜਬੂਰ ਕਰ ਰਹੇ ਹੋ ਟੈਂਕੀਆਂ ਟਾਵਰਾਂ ਤੇ ਚੜ੍ਹਨ ਲਈ? ਸਾਨੂੰ ਆਪਦੇ ਹੱਕ, ਆਪਦੀ ਆਵਾਜ਼ ਸਾਰਾ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਨਾ ਉਹਨੂੰ ਸਾਰਾ ਕੁਝ ਕਰਨਾ ਪੈ ਰਿਹਾ। ਸਾਡੇ ਸਾਥੀ ਭਾਵੁਕ ਹੋ ਕੇ ਨਹਿਰਾਂ 'ਚ ਛਾਲਾਂ ਵੀ ਮਾਰੀਆਂ। ਇਹਦੀ ਜ਼ਿੰਮੇਵਾਰ ਕੋਈ ਨਹੀਂ। ਇਹੋ ਜਿਹਾ ਕਰਨ ਦੀ ਜ਼ਰੂਰਤ ਕਿਉਂ ਪੈ ਰਹੀ ਆ? ਕਿਤੇ ਨਾ ਕਿਤੇ ਜਿਹੜਾ ਆਪਣਾ ਸਰਕਾਰ ਉਹ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੈਗੀ, ਜਿਹਦੇ ਕਰਕੇ ਲੋਕ ਘਰਾਂ ਤੋਂ ਵੀ ਦੁਖੀ ਆ ਕਿ ਆਪਦੀ ਰੋਜੀ ਰੋਟੀ ਕਮਾਉਣ ਲਈ ਜਿਹੜਾ ਉਹਨਾਂ ਮਸਾਂ ਟੈਸਟ ਕਲੀਅਰ ਕੀਤੇ, ਅੱਜ ਫਿਰ ਨਹੀਂ ਨੰਬਰ ਆ ਰਿਹਾ। ਉਹ ਦੁਖੀ ਹੋ ਕੇ ਨਹਿਰਾਂ ਛਾਲਾਂ ਮਾਰਦੇ, ਦੁਖੀ ਹੋ ਕੇ ਅੱਜ ਟਾਵਰ ਤੇ ਸਾਥੀ ਬੈਠੇ ਆ। ਪਰ ਵੀ ਉਹਨਾਂ ਦੇ ਜਜ਼ਬੇ ਨੂੰ ਸਲਾਮ, ਉਹ ਆਪਦੇ ਹੱਕ ਲੈਣ ਲਈ ਬੈਠੇ ਆ। ਜੇ ਬੁਜ਼ਦਿਲੀਆਂ ਕਰਕੇ ਕੋਈ ਖੁਦਕੁਸ਼ੀ ਕਰ ਲੇ ਤਾਂ ਉਹ ਤਾਂ ਬੁਜ਼ਦਿਲ ਕਹਾਉਂਦਾ, ਜੇ ਕੋਈ ਲੜ ਕੇ ਮਰਦਾ ਉਹ ਸ਼ਹੀਦ ਕਹਾਉਂਦਾ। ਉਹ ਸਾਡੇ ਸਾਥੀ ਉਹ ਕਹਿੰਦੇ ਆ ਕਿ ਜੇ ਅਸੀਂ ਘਰੇ ਰਹਿੰਦੇ ਸ਼ਾਇਦ ਅਸੀਂ ਗਲਤ ਸਟੈਪ ਚੱਕ ਲੈਂਦੇ, ਪਰ ਹੁਣ ਸਾਨੂੰ ਆਪਦੇ ਤੇ ਮਾਣ ਆ ਕਿ ਅਸੀਂ ਬੈਠੇ ਆ। ਕੁਛ ਨਾ ਕੁਛ ਜੇ ਸਾਨੂੰ ਨਾ ਮਿਲੂਗਾ, ਜੇ ਸਾਡੀ ਉੱਥੇ ਮੌਤ ਵੀ ਹੁੰਦੀ ਹੈ ਤਾਂ ਸਾਨੂੰ ਸ਼ਹੀਦੀ ਦਾ ਦਰਜਾ ਮਿਲੂਗਾ। ਪਰ ਅਸੀਂ ਉਹਨਾਂ ਦੋਵਾਂ ਸਾਥੀਆਂ ਦੀ ਹੱਥ ਜੋੜ ਕੇ ਸਿਹਤ ਯਾਬਨਾ ਦੀ ਕਾਮਨਾ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਨਾਲ ਇਹੋ ਜਿਹਾ ਕੁਛ ਨਾ ਹੋਵੇ ਕਿ ਉਹਨਾਂ ਦੇ ਪਰਿਵਾਰ ਲਈ ਔਖਾ ਹੋ ਜੇ। ਉਹ ਉਹਨਾਂ ਸਾਥੀਆਂ ਦੀ ਸਵੇਰੇ ਉੱਠ ਕੇ ਸਾਰਿਆਂ ਨੂੰ ਅਪੀਲ ਆ, ਉਹਨਾਂ ਸਾਥੀਆਂ ਲਈ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ। ਮੈਂ ਉਹਨਾਂ ਸਾਥੀਆਂ ਨੂੰ ਕੱਲ੍ਹ ਪਾਣੀ ਦੇ ਕੇ ਆਇਆ, ਮੈਂ ਉਹਨਾਂ ਦੇ ਹਾਲਾਤ ਵੇਖੇ ਆ ਉੱਪਰ ਜਾ ਕੇ ਕਿ 1-250 ਫੁੱਟ ਉੱਚੇ ਟਾਵਰ 'ਤੇ ਬੈਠ ਕੇ ਕਿੱਦਾਂ ਦਾ ਮਹਿਸੂਸ ਹੁੰਦਾ, ਕਿ ਕਿਵੇਂ ਦਾ ਉੱਥੇ ਮਾਹੌਲ ਆ, ਕਿੰਨੀ ਧੁੱਪ ਆ, ਕਿੰਨੀ ਤਪਸ਼ ਆ। ਉਹ ਫਿਰ ਵੀ ਤਪਸ਼ ਦੇ ਵਿੱਚ ਆਪਦੇ ਹੱਕ ਲੈਣ ਲਈ ਬੈਠੇ ਹੋਏ ਆ। ਤਾਂ ਸਾਥੀਓ, ਲੋੜ ਆ ਈਟੀਡੀ ਦਾ ਸਾਥ ਦੇਣ ਲਈ। ਲੋੜ ਆ ਇਹਨਾਂ ਅਫਵਾਹਾਂ ਤੋਂ ਪਾਸੇ ਹਟ ਜਾਓ, ਇਹਨਾਂ ਅਫਵਾਹਾਂ ਨੂੰ ਇੱਕ ਪਾਸੇ ਕਰ ਦਿਓ। ਜੋ ਕੋਈ ਬੋਲਦਾ ਉਹਨੂੰ ਬੋਲਣ ਦਾ ਅਧਿਕਾਰ ਆ, ਪਰ ਆਪਦੀ ਟੀਚਰ ਵਾਲੀ ਲੈਂਗੁਏਜ ਨੂੰ ਬਰਕਰਾਰ ਰੱਖੋ। ਤੁਸੀਂ ਇੱਕ ਆਦਰਸ਼ ਬਣਨਾ, ਤੁਸੀਂ ਕਿਸੇ ਦੇ ਆਈਡਲ ਬਣਨਾ ਜਾ ਕੇ। ਜੇ ਤੁਸੀਂ ਅੱਜ ਕਿਸੇ ਨੂੰ ਮੰਦਾ ਚੰਗਾ ਬੋਲਦੇ ਹੋ, ਤੁਸੀਂ ਇੱਕ ਸੋਸ਼ਲ ਸਾਈਟ 'ਤੇ ਆ ਕੇ ਸਪਸ਼ਟ ਬੋਲਦੇ ਹੋ, ਤਾਂ ਤੁਸੀਂ ਕਿਸੇ ਦੇ ਆਈਡਲ ਨਹੀਂ ਬਣ ਸਕਦੇ। ਤੁਸੀਂ ਕਿਸੇ ਦੇ ਆਈਡਲ ਬਣਨਾ, ਜੋ ਬੋਲਦਾ ਉਹਨੂੰ ਇਗਨੋਰ ਕਰੋ। ਹਾਥੀ ਦਾ ਕੰਮ ਹੁੰਦਾ ਤੁਰੇ ਜਾਣਾ। ਜਦੋਂ ਹਾਥੀ ਬਰਾਬਰ ਤੇ ਆਉਂਦਾ ਨਾ, ਉਦੋਂ ਕੁੱਤੇ ਨਹੀਂ ਭੌਂਕਦੇ। ਜਦੋਂ ਹਾਥੀ ਗਾਂਹ ਲੰਘ ਜਾਂਦਾ ਉਦੋਂ ਕੁੱਤੇ ਭੌਂਕੇ ਕਿ ਹੁਣ ਹਾਥੀ ਲੰਘ ਗਿਆ, ਡਰ ਖਤਮ ਹੋ ਜਾਂਦਾ। ਆਪਣਾ ਹਾਥੀ ਤਾਂ ਸਮਝੋ ਸਾਥੀਓ ਲੰਘ ਚੁੱਕਾ। ਹੁਣ ਜਿਹੜਾ ਭੌਂਕਦਾ ਉਹਨੂੰ ਭੌਂਕਣ ਦਿਓ, ਕੋਈ ਡਰ ਨਹੀਂ। ਆਪਣੀ ਜਿੱਤ ਬੜੀ ਨੇੜੇ ਆ। ਤੁਸੀਂ ਕਿਸੇ ਦੇ ਬਹਿਕਾਵੇ 'ਚ ਨਹੀਂ ਆਉਣਾ। ਕੋਈ ਗੱਲ ਨਹੀਂ, ਜੋ ਬੋਲਦਾ ਬੋਲਣ ਦਿਓ, ਬੇਫਿਕਰ ਰਹੋ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਆਪਣੀ ਲੜਾਈ ਜਿਹੜੀ ਆਪਾਂ ਸ਼ੁਰੂ ਕਰੀ ਸੀ ਉਹ ਆਪਾਂ ਜਿੱਤ ਦੇ ਨੇੜੇ ਲੈ ਗਏ ਆ, ਤੇ ਜਲਦੀ ਹੋਰ ਨੇੜੇ ਲੈ ਕੇ ਜਾਵਾਂਗੇ। ਧੰਨਵਾਦ ਸਾਥੀਓ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।